स्वागत है ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਘਰ ਵਿੱਚ ਕਿਸ਼ਨ, ਉਸ ਦੀ ਪਤਨੀ ਅਤੇ ਮਾਂ ਤਿੰਨ ਹੀ ਜੀ ਰਹਿੰਦੇ ਸਨ। ਘਰ ਬੇਸ਼ੱਕ ਛੋਟਾ ਸੀ ਪਰ ਸਾਰਾ ਪਰਿਵਾਰ ਆਪਣੀ ਇਸ ਛੋਟੀ ਜਿਹੀ ਦੁਨੀਆ ਵਿੱਚ ਬਹੁਤ ਖੁਸ਼ ਸੀ। खुशी इस करके भी सी क्योंकि किशन दी घरवाली मां बनन वाली सी। किशन बाजार विच छोटी मोटी नौकरी करदा सी जिस नाल घर दा गुजारा चली जांदा सी। एक दिन ਉਹ ਕੰਮ ਤੇ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਨਾਲ ਆਉਂਦੀ ਗੱਡੀ ਉਸ ਨੂੰ ਫੇਟ ਮਾਰ ਗਈ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੜਕ ਕਿਨਾਰੇ ਜਾ ਡਿੱਗਾ। ਸੱਟਾਂ ਦੀ ਤਾਬ ਨਾਲ ਚੱਲਦਾ ਹੋਇਆ ਉਹ ਬੇਹੋਸ਼ ਹੋ ਗਿਆ। ਆਸ-ਪਾਸ ਦੇ ਲੋਕ ਉਸ ਦੇ ਕੋਲ ਇਕੱਠੇ ਹੋ ਗਏ ਅਤੇ ਉਸ ਨੂੰ ਚੱਕ ਕੇ ਹਸਪਤਾਲ ਪਹੁੰਚਾ ਦਿੱਤਾ। ਉਸ ਦੇ ਪਰਸ ਚੋਂ ਘਰ ਦਾ ਪਤਾ ਮਿਲ ਗਿਆ ਅਤੇ ਉਸ ਦੇ ਘਰ ਖਬਰ ਪਹੁੰਚਾ ਦਿੱਤੀ ਗਈ। ਇਹ ਖਬਰ ਸੁਣਦਿਆਂ ਹੀ ਉਸ ਦੀ ਮਾਂ ਤੇ ਪਤਨੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਕਿਸ਼ਨ ਦੀ ਪਤਨੀ ਦੇ ਜਾਪੇ ਦਾ ਸਮਾਂ ਵੀ ਬਹੁਤ ਨਜ਼ਦੀਕ ਆ ਚੁੱਕਾ ਸੀ। ਨੌ ਸੱਸ ਦੋਵੇਂ ਤੁਰੰਤ ਹੀ ਹਸਪਤਾਲ ਪਹੁੰਚ ਗਈਆਂ। ਕਿਸ਼ਨ ਦੀ ਮਾਂ ਕਿਸ਼ਨ ਕੋਲ ਬੈਠ ਗਈ ਅਤੇ ਉਸ ਦੀ ਪਤਨੀ ਡਾਕਟਰ ਕੋਲ ਪਤਾ ਕਰਨ ਚਲੀ ਗਈ। ਡਾਕਟਰ ਨੇ ਕਿਹਾ ਸਿਰ ਵਿੱਚ ਸੱਟ ਜ਼ਿਆਦਾ ਹੈ ਅਤੇ ਖੂਨ ਵੀ ਬਹੁਤ ਜ਼ਿਆਦਾ ਵਹਿ ਗਿਆ ਹੈ। ਜਲਦ ਤੋਂ ਜਲਦ ਆਪਰੇਸ਼ਨ ਕੀਤਾ ਜਾਵੇ ਤਾਂ ਇਸ ਦੀ ਜਾਨ ਬਚ ਸਕਦੀ ਹੈ। ਜਿੰਨਾ ਛੇਤੀ ਹੋ ਸਕੇ ਪੈਸੇ ਦਾ ਇੰਤਜ਼ਾਮ ਕਰ ਲਓ। ਕਿਸ਼ਨ ਦੀ ਪਤਨੀ ਨੇ ਡਾਕਟਰ ਨੂੰ ਪੁੱਛਿਆ, ਡਾਕਟਰ ਸਾਹਿਬ ਕਿੰਨੇ ਪੈਸਿਆਂ ਦੀ ਜ਼ਰੂਰਤ ਪਵੇਗੀ? ਤਾਂ ਡਾਕਟਰ ਨੇ ਕਿਹਾ 70-80 ਹਜ਼ਾਰ ਰੁਪਏ ਵਿੱਚ ਇਲਾਜ ਹੋਵੇਗਾ। ਇਹ ਸੁਣ ਕੇ ਕਿਸ਼ਨ ਦੀ ਪਤਨੀ ਨੂੰ ਸਦਮਾ ਜਿਹਾ ਲੱਗਿਆ ਕਿ ਮੈਂ ਇੰਨੇ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕਰੂੰ? ਘਰ ਦਾ ਗੁਜ਼ਾਰਾ ਤਾਂ ਮਸਾਂ ਚੱਲਦਾ ਸੀ। ਹੇ ਰੱਬਾ ਮੇਰੀ ਮਦਦ ਕਰ, ਮੈਨੂੰ ਰਸਤਾ ਵਿਖਾ। ਕਿਸ਼ਨ ਦੀ ਪਤਨੀ ਦੀ ਹਾਲਤ ਖਰਾਬ ਹੋਣ ਲੱਗੀ। ਉਸ ਦੀ ਹਾਲਤ ਨੂੰ ਵੇਖਦਿਆਂ ਡਾਕਟਰ ਉਸ ਦਾ ਇਲਾਜ ਕਰਨ ਲੱਗੇ। ਸ਼ਾਮ ਨੂੰ ਕਿਸ਼ਨ ਦੀ ਪਤਨੀ ਨੇ 2 ਬੱਚਿਆਂ ਨੂੰ ਜਨਮ ਦਿੱਤਾ। ਦੋਨੇ ਹੀ ਲੜਕੇ ਸਨ। ਕਿਸ਼ਨ ਦੀ ਪਤਨੀ ਬਹੁਤ ਖੁਸ਼ ਸੀ ਪਰ ਜਦੋਂ ਉਸ ਨੂੰ ਆਪਣੇ ਪਤੀ ਦਾ ਖਿਆਲ ਆਇਆ ਤਾਂ ਉਹ ਬੇਚੈਨ ਹੋ ਉੱਠੀ। ਉਹ ਇਹਨਾਂ ਸੋਚਾਂ ਵਿੱਚ ਪੈ ਗਈ ਕਿ ਐਨੇ ਨੂੰ ਨਾਲ ਵਾਲੇ ਕਮਰੇ ਵਿੱਚੋਂ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਹੌਲੀ-ਹੌਲੀ ਕਮਰੇ 'ਚੋਂ ਬਾਹਰ ਆਈ ਅਤੇ ਦੇਖਿਆ ਕਿ ਇੱਕ ਔਰਤ ਹੁਬਕੀ ਰੋ ਰਹੀ ਸੀ। ਉਹ ਰੋਂਦੀ-ਰੋਂਦੀ ਬੇਹੋਸ਼ ਹੋ ਗਈ। ਉਸ ਕੋਲ ਉਸ ਦਾ ਪਤੀ ਬੈਠਾ ਸੀ ਤਾਂ ਕਿਸ਼ਨ ਦੀ ਪਤਨੀ ਨੇ ਪੁੱਛਿਆ ਕੀ ਹੋਇਆ ਭਰਾ ਜੀ? ਤਾਂ ਉਸਨੇ ਦੱਸਿਆ ਕੀ ਦੱਸਾਂ ਭੈਣ ਜੀ, ਕਈ ਸਾਲਾਂ ਬਾਅਦ ਸਾਡੇ ਘਰ ਬੱਚਾ ਹੋਇਆ ਸੀ ਜੋ ਕਿ ਪੈਦਾ ਹੋਣ ਸਾਰ ਹੀ ਮਰ ਗਿਆ। ਇਸ ਕਰਕੇ ਮੇਰੀ ਪਤਨੀ ਨੂੰ ਸਦਮਾ ਲੱਗਾ ਤੇ ਹੁਣ ਇਸ ਦੀ ਇਹ ਹਾਲਤ ਹੋ ਗਈ ਹੈ। ਬਸ ਦਿਨ ਰਾਤ ਰੋਂਦੀ ਰਹਿੰਦੀ ਹੈ। ਕਿਸ਼ਨ ਦੀ ਪਤਨੀ ਵਾਪਸ ਕਮਰੇ ਵਿੱਚ ਆ ਗਈ। ਉਸਨੇ 2 ਔਰਤਾਂ ਨੂੰ ਉਸ ਬੰਦੇ ਬਾਰੇ ਗੱਲਾਂ ਕਰਦੇ ਸੁਣਿਆ ਕਿ ਇਹਨਾਂ ਧਰਮੀ ਬੰਦਾ ਹਰ ਕਿਸੇ ਦੇ ਕੰਮ ਆਉਣ ਵਾਲਾ ਰੱਬ ਦਾ ਨੇਕ ਬੰਦਾ ਹੈ। ਪਤਾ ਨਹੀਂ ਪਰਮਾਤਮਾ ਨੇ ਇਸ ਨਾਲ ਅਜਿਹਾ ਕਿਉਂ ਕੀਤਾ? ਕਿਸ਼ਨ ਦੀ ਪਤਨੀ ਆਪਣੇ ਕਮਰੇ ਵਿੱਚ ਬੈਠੀ ਸੋਚਾਂ ਵਿਚਾਰਾਂ ਵਿੱਚ ਡੁੱਬੀ ਰਹੀ। ਕੁਝ ਚਿਰ ਸੋਚ ਵਿਚਾਰ ਪਿੱਛੋਂ ਕਿਸ਼ਨ ਦੀ ਪਤਨੀ ਉਸ ਆਦਮੀ ਕੋਲ ਗਈ। ਉਸ ਆਦਮੀ ਨੇ ਪੁੱਛਿਆ ਕੀ ਗੱਲ ਭੈਣ ਜੀ, ਕੋਈ ਤਕਲੀਫ ਹੈ? ਤਾਂ ਕਿਸ਼ਨ ਦੀ ਪਤਨੀ ਨੇ ਕਿਹਾ ਭਰਾ ਜੀ ਤਕਲੀਫ ਤਾਂ ਬਹੁਤ ਵੱਡੀ ਹੈ। ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਹੈ। ਉਸ ਦੀ ਹਾਲਤ ਬਹੁਤ ਖਰਾਬ ਹੈ। ਇਲਾਜ ਲਈ ਬਹੁਤ ਪੈਸਿਆਂ ਦੀ ਲੋੜ ਹੈ ਜੋ ਮੇਰੇ ਕੋਲ ਨਹੀਂ ਹੈ। ਤੁਸੀਂ ਮੇਰੇ ਪਤੀ ਦਾ ਇਲਾਜ ਕਰਵਾ ਦਿਓ। ਮੈਂ ਤੁਹਾਡਾ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲਾਂਗੀ ਅਤੇ ਤੁਹਾਡਾ ਪੈਸਾ ਹੌਲੀ-ਹੌਲੀ ਵਾਪਸ ਕਰ ਦਿਆਂਗੀ। ਉਸ ਆਦਮੀ ਨੂੰ ਪਤਾ ਲੱਗਿਆ ਸੀ ਇਸ ਔਰਤ ਦੇ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਉਹ ਆਦਮੀ ਕਹਿਣ ਲੱਗਿਆ ਦੇਖੋ ਭੈਣ ਜੀ ਮੈਨੂੰ ਗਲਤ ਨਾ ਸਮਝਣਾ, ਮੈਂ ਤੇਰੇ ਪਤੀ ਦਾ ਇਲਾਜ ਕਰਵਾਉਣ ਲਈ ਤਿਆਰ ਹਾਂ ਪਰ ਤੈਨੂੰ ਇੱਕ ਬੱਚਾ ਸਾਨੂੰ ਦੇਣਾ ਪਵੇਗਾ ਕਿਉਂਕਿ ਮੈਂ ਆਪਣੀ ਪਤਨੀ ਦੀ ਹਾਲਤ ਨਹੀਂ ਦੇਖ ਸਕਦਾ। ਕਿਸ਼ਨ ਦੀ ਪਤਨੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ। ਇੱਕ ਪਾਸੇ ਸਿਰ ਦੀ ਛਾਂ, ਦੂਜੇ ਪਾਸੇ ਦਿਲ ਦਾ ਟੁਕੜਾ ਹੈ। ਜੇ ਮਮਤਾ ਬਚਾਉਂਦੀ ਹਾਂ ਤਾਂ ਪਤੀ ਦੀ ਜਾਨ ਜਾਂਦੀ ਹੈ ਤੇ ਪਤੀ ਨੂੰ ਬਚਾਉਂਦੀ ਹਾਂ ਤਾਂ ਮਮਤਾ ਦੀ ਕੁਰਬਾਨੀ ਦੇਣੀ ਪੈਂਦੀ ਹੈ। ਉਹ ਆਪਣੇ ਕਮਰੇ ਵਿੱਚ ਗਈ ਅਤੇ 2 ਬੱਚਿਆਂ ਨੂੰ ਧਿਆਨ ਨਾਲ ਦੇਖਦੀ ਹੈ। ਉਹਨਾਂ ਨੂੰ ਚੁੰਮਦੀ ਹੈ ਅਤੇ ਚੁੱਕ ਕੇ ਛਾਤੀ ਨਾਲ ਲਾਉਂਦੀ ਹੈ। ਫਿਰ ਉਹਦੇ ਮਨ ਵਿੱਚ ਆਇਆ ਕਿ ਜਦੋਂ ਪਤਨੀ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਪਤੀ ਉਸ ਦੀ ਸਾਂਭ ਸੰਭਾਲ ਕਰਦਾ ਹੈ। ਇਸੇ ਤਰ੍ਹਾਂ ਜੇਕਰ ਪਤੀ ਨੂੰ ਕੋਈ ਵਿਪਤਾ ਆਉਂਦੀ ਹੈ ਤਾਂ ਪਤਨੀ ਦਾ ਫਰਜ਼ ਬਣਦਾ ਹੈ ਕਿ ਉਸ ਦਾ ਸਾਥ ਦੇਵੇ। ਉਸਨੇ ਇੱਕ ਬੱਚਾ ਉਹਨਾਂ ਨੂੰ ਦੇ ਦਿੱਤਾ। ਉਸ ਆਦਮੀ ਨੇ ਕਿਸ਼ਨ ਦਾ ਆਪਰੇਸ਼ਨ ਕਰਵਾਇਆ ਤੇ ਬਾਕੀ ਸਾਰਾ ਖਰਚ ਵੀ ਆਪ ਕੀਤਾ। ਦੂਜੇ ਦਿਨ ਕਿਸ਼ਨ ਨੂੰ ਹੋਸ਼ ਆ ਗਈ
ਹੁਣ ਕਿਸ਼ਨ ਪਹਿਲਾਂ ਨਾਲੋਂ ਕੁਝ ਠੀਕ ਹੋ ਗਿਆ ਸੀ। ਉਸਨੂੰ ਪਤਾ ਲੱਗਿਆ ਕਿ ਉਸਦੇ ਘਰ ਲੜਕਾ ਹੋਇਆ ਹੈ ਤਾਂ ਉਸਦੀ ਖੁਸ਼ੀ ਪਹਿਲਾਂ ਨਾਲੋਂ ਦੁੱਸਵਾਣੀ ਹੋ ਗਈ। ਕਿਸ਼ਨ ਦੀ ਪਤਨੀ ਤੇ ਮਾਂ ਨੇ ਉਸਨੂੰ ਕੁਝ ਨਾ ਦੱਸਿਆ। ਕਿਸ਼ਨ ਦੀ ਪਤਨੀ ਆਪਣੇ ਪਤੀ ਨੂੰ ਦੇਖ ਕੇ ਬਹੁਤ ਖੁਸ਼ ਸੀ। ਕੁਝ ਦਿਨਾਂ ਵਿੱਚ ਉਸਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਅਤੇ ਉਸਨੂੰ ਛੁੱਟੀ ਮਿਲ ਗਈ। ਉਹ ਘਰ ਆ ਗਿਆ। ਕਿਸ਼ਨ ਨੂੰ ਅਚਾਨਕ ਖਿਆਲ ਆਇਆ ਕਿ ਮੇਰੇ ਇਲਾਜ ਲਈ ਇੰਨੇ ਪੈਸੇ ਕਿੱਥੋਂ ਆਏ, ਜਦੋਂ ਕੋਈ ਘਰ ਵਿੱਚ ਤਾਂ ਕੋਈ ਪੈਸਾ ਨਹੀਂ ਸੀ। ਉਸਨੇ ਆਪਣੀ ਪਤਨੀ ਨੂੰ ਪੁੱਛਿਆ। ਉਸਦੀ ਪਤਨੀ ਨੇ ਸੋਚਿਆ ਕਿ ਜੇ ਮੈਂ ਸੱਚ ਦੱਸ ਦਿੱਤਾ ਤਾਂ ਕਿਤੇ ਇਹ ਮੇਰੇ ਤੋਂ ਦੂਰ ਨਾ ਹੋ ਜਾਣ, ਤਾਂ ਉਸਨੇ ਕਿਹਾ ਕਿ ਕੁਝ ਮੇਰੇ ਗਹਿਣੇ ਪਏ ਸੀ, ਉਹ ਵੇਚ ਦਿੱਤੇ ਤੇ ਕੁਝ ਕਿਸੇ ਤੋਂ ਉਧਾਰ ਫੜ ਲਏ ਤੇ ਅੰਦਰ ਜਾ ਕੇ ਰੋਣ ਲੱਗ ਪਈ। ਉਹ ਹਰ ਰੋਜ਼ ਆਪਣੇ ਬੇਟੇ ਨੂੰ ਯਾਦ ਕਰਕੇ ਬਹੁਤ ਰੋਂਦੀ, ਨਾ ਠੀਕ ਤਰ੍ਹਾਂ ਖਾਣਾ ਖਾਂਦੀ ਤੇ ਨਾ ਠੀਕ ਤਰ੍ਹਾਂ ਸੌਂਦੀ, ਹਰ ਵੇਲੇ ਆਪਣੇ ਬੇਟੇ ਦੇ ਖਿਆਲਾਂ ਵਿੱਚ ਗੁਆਚੀ ਰਹਿੰਦੀ। ਕੁਝ ਦਿਨਾਂ ਬਾਅਦ ਜਿਹੜਾ ਬੱਚਾ ਗੋਦ ਦਿੱਤਾ ਸੀ ਉਹ ਬਿਮਾਰ ਹੋ ਗਿਆ ਅਤੇ ਠੀਕ ਨਹੀਂ ਹੋ ਰਿਹਾ ਸੀ। ਉਹਨਾਂ ਨੇ ਬਹੁਤ ਥਾਵਾਂ ਤੋਂ ਦਵਾਈ ਦੁਆ ਕੇ ਦੇਖ ਲਈ। ਜਦੋਂ ਬੱਚਾ ਠੀਕ ਨਾ ਹੋਇਆ ਤਾਂ ਉਹ ਆਦਮੀ ਕਿਸ਼ਨ ਦੇ ਘਰ ਆ ਗਿਆ। ਘਰ ਵਿੱਚ ਕਿਸ਼ਨ ਤੇ ਉਸਦੀ ਪਤਨੀ ਸੀ। ਕਿਸ਼ਨ ਦੀ ਪਤਨੀ ਉਸ ਆਦਮੀ ਨੂੰ ਦੇਖ ਕੇ ਹੈਰਾਨ ਰਹਿ ਗਈ। ਕਿਸ਼ਨ ਅੰਦਰ ਸੁੱਤਾ ਪਿਆ ਸੀ। ਕਿਸ਼ਨ ਦੀ ਪਤਨੀ ਨੇ ਡਰਦਿਆਂ ਪੁੱਛਿਆ, ਬੱਚਾ ਠੀਕ ਹੈ ਭਰਾ ਜੀ, ਤੇ ਤੁਸੀਂ ਇੱਥੇ ਕਿਵੇਂ ਆਏ ਹੋ? ਉਸ ਆਦਮੀ ਨੇ ਕਿਹਾ, ਭੈਣ ਜੀ, ਬੱਚਾ ਬਿਮਾਰ ਹੈ, ਠੀਕ ਨਹੀਂ ਹੋ ਰਿਹਾ, ਬਹੁਤ ਦਵਾਈ ਦਵਾ ਕੇ ਦੇਖ ਲਈ, ਇਸ ਲਈ ਮੈਂ ਇੱਥੇ ਆਇਆ ਹਾਂ। ਕਿਰਪਾ ਕਰਕੇ ਮੇਰੇ ਨਾਲ ਚੱਲੋ, ਹੋ ਸਕਦਾ ਹੈ ਬੱਚਾ ਠੀਕ ਹੋ ਜਾਵੇ। ਕਿਸ਼ਨ ਦੀ ਪਤਨੀ ਕਹਿਣ ਲੱਗੀ, ਮੇਰਾ ਵੀ ਬਹੁਤ ਦਿਲ ਕਰਦਾ ਹੈ ਬੱਚੇ ਨੂੰ ਦੇਖਣ ਨੂੰ, ਤੁਸੀਂ ਚੱਲੋ, ਮੈਂ ਥੋੜੀ ਦੇਰ ਬਾਅਦ ਆਉਂਦੀ ਹਾਂ। ਕਿਸ਼ਨ ਨੂੰ ਜਾਗ ਆ ਗਈ। ਉਹ ਗੱਲਾਂ ਸੁਣੀ ਜਾਂਦਾ ਸੀ ਪਰ ਸਮਝ ਉਸਨੂੰ ਨਹੀਂ ਆ ਰਹੀ ਸੀ ਕਿ ਕੀ ਗੱਲਾਂ ਕਰ ਰਹੇ ਹਨ। ਕਿਸ਼ਨ ਨੇ ਕਿਹਾ, ਕੌਣ ਹੈ? ਤਾਂ ਉਸਦੀ ਪਤਨੀ ਕਹਿਣ ਲੱਗੀ, ਕੋਈ ਨਹੀਂ, ਉਹ ਤਾਂ ਤੁਹਾਡਾ ਪਤਾ ਲੈਣ ਕੋਈ ਗੁਆਂਢ ਚੋਂ ਆਇਆ ਸੀ। ਉਹ ਆਦਮੀ ਉੱਥੋਂ ਚਲਾ ਗਿਆ। ਕਿਸ਼ਨ ਦੀ ਪਤਨੀ ਨੂੰ ਇਹ ਬੇਚੈਨੀ ਸੀ ਕਿ ਕਦੋਂ ਉਹ ਜਾਵੇ ਤੇ ਆਪਣੇ ਬੱਚੇ ਨੂੰ ਦੇਖੇ। ਕਿਸ਼ਨ ਕਹਿਣ ਲੱਗਿਆ, ਕੀ ਗੱਲ, ਤੂੰ ਉਦਾਸ ਕਿਉਂ ਹੈ? ਉਸਦੀ ਪਤਨੀ ਕਹਿਣ ਲੱਗੀ, ਕੁਝ ਨਹੀਂ, ਸਭ ਠੀਕ ਹੈ। ਕਿਸ਼ਨ ਦੀ ਪਤਨੀ ਸਬਜ਼ੀ ਲਿਆਉਣ ਦਾ ਬਹਾਨਾ ਬਣਾ ਕੇ ਚਲੀ ਗਈ ਕਿ ਮੈਂ ਸਬਜ਼ੀ ਖਰੀਦ ਲਿਆਵਾਂ। ਕਿਸ਼ਨ ਨੂੰ ਕੁਝ ਸ਼ੱਕ ਜਿਹਾ ਹੋ ਗਿਆ। ਉਹ ਵੀ ਉਸਦੇ ਪਿੱਛੇ ਚਲਾ ਗਿਆ। ਕਿਸ਼ਨ ਦੀ ਪਤਨੀ ਨੇ ਬੱਚੇ ਨੂੰ ਚੁੱਕ ਕੇ ਛਾਤੀ ਨਾਲ ਲਾਇਆ, ਚੁੰਮਣ ਲੱਗੀ ਤੇ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਕਿਸ਼ਨ ਵੀ ਉਸਦੇ ਪਿੱਛੇ ਆ ਗਿਆ ਸੀ। ਉਹ ਇਹ ਸਭ ਦੇਖ ਕੇ ਹੈਰਾਨ ਸੀ ਕਿ ਇਹਨਾਂ ਦੇ ਬੱਚੇ ਨੂੰ ਇੰਨਾ ਪਿਆਰ ਅਤੇ ਆਪਣਾ ਬੱਚਾ ਘਰ ਛੱਡ ਕੇ ਆ ਗਈ। ਪਿੱਛੇ ਹੀ ਕਿਸ਼ਨ ਦੀ ਮਾਂ ਵੀ ਆ ਗਈ, ਜਿਸ ਨੂੰ ਇਹ ਸਭ ਪਤਾ ਸੀ। ਕਿਸ਼ਨ ਆਪਣੀ ਪਤਨੀ ਨੂੰ ਕਹਿਣ ਲੱਗਿਆ, ਇਹ ਸਭ ਕੀ ਹੈ? ਕੌਣ ਨੇ ਉਹ ਵਾਰ-ਵਾਰ ਇਹ ਸ਼ਬਦ ਦੁਹਰਾਈ ਜਾ ਰਿਹਾ ਸੀ। ਉਸਦੀ ਪਤਨੀ ਸੁਣ ਖੜੀ ਰਹੀ ਤੇ ਅੱਖਾਂ 'ਚੋਂ ਹੰਝੂਆਂ ਦੀ ਝੜੀ ਲੱਗੀ ਹੋਈ ਸੀ। ਕਿਸ਼ਨ ਨੇ ਗੁੱਸੇ 'ਚ ਆਉਂਦਿਆਂ ਕਿਹਾ, ਤੂੰ ਇੱਥੇ ਕੀ ਕਰਨ ਆਈ ਹੈ? ਤਾਂ ਕਿਸ਼ਨ ਦੀ ਮਾਂ ਨੇ ਕਿਹਾ, ਇਹ ਤੇਰਾ ਹੀ ਬੇਟਾ ਹੈ। ਉਸਨੇ ਆਪਣੀ ਨੂੰਹ ਵੱਲ ਇਸ਼ਾਰਾ ਕਰਦਿਆਂ ਕਿਹਾ, ਇਸਨੇ ਆਪਣਾ ਪਤਨੀ ਹੋਣ ਦਾ ਫਰਜ਼ ਅਦਾ ਕਰਨ ਲਈ ਆਪਣੀ ਮਮਤਾ ਦੀ ਕੁਰਬਾਨੀ ਦਿੱਤੀ ਹੈ। ਅਤੇ ਉਸਨੇ ਸਾਰੀ ਕਹਾਣੀ ਕਿਸ਼ਨ ਨੂੰ ਦੱਸ ਦਿੱਤੀ। ਇਹ ਸਭ ਸੁਣ ਕੇ ਕਿਸ਼ਨ ਦੇ ਹੋਸ਼ ਉੱਡ ਗਏ ਤੇ ਕਹਿਣ ਲੱਗਿਆ ਕਿ ਤੂੰ ਮੇਰੇ ਲਈ ਐਡੀ ਵੱਡੀ ਕੁਰਬਾਨੀ ਦਿੱਤੀ ਤੇ ਮੈਂ ਤੇਰੇ ਤੇ ਹੀ। ਤੇ ਉਸਨੇ ਆਪਣੇ ਬੱਚੇ ਨੂੰ ਚੁੱਕ ਸੀਨੇ ਨਾਲ ਲਾ ਲਿਆ ਅਤੇ ਲਾਡ ਕਰਨ ਲੱਗਿਆ। ਉਹ ਆਦਮੀ ਜਿਸਨੇ ਬੱਚਾ ਗੋਦ ਲਿਆ ਸੀ ਅਤੇ ਉਸਦੀ ਪਤਨੀ ਨੇ ਇਹ ਸਭ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ ਤੇ ਕਹਿਣ ਲੱਗੇ, ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਥੇ ਹੀ ਰਹੋ। ਸਾਡਾ ਕਾਰੋਬਾਰ ਬਹੁਤ ਵੱਡਾ ਹੈ, ਜਿਸ ਲਈ ਸਾਨੂੰ ਕਿਸੇ ਵਿਸ਼ਵਾਸਯੋਗ ਆਦਮੀ ਦੀ ਲੋੜ ਹੈ। ਨਾਲੇ ਰਲ ਮਿਲ ਕੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਹੋ ਸਕੇਗਾ। ਕਿਸ਼ਨ ਨੇ ਕੁਝ ਦੇਰ ਸੋਚਣ ਤੋਂ ਬਾਅਦ ਹਾਂ ਕਰ ਦਿੱਤੀ। ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ। ਤੇ ਜੇਕਰ ਤੁਸੀਂ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।